ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ ਤੇ ਪ੍ਰੋਗਰਾਮ ਦਾ ਨਾਮ ਹੈ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਤੇ ਹਰ ਰੋਜ਼ ਦੀ ਤਰ੍ਹਾਂ ਪੰਨੂ ਸਾਹਿਬ ਸਾਡੇ ਨਾਲ ਨੇ ਤੇ ਸਭ ਤੋਂ ਪਹਿਲਾਂ ਪੰਨੂ ਸਾਹਿਬ ਦਾ ਕਰਦੇ ਹਾਂ ਜੀ ਸਵਾਗਤ, ਫਿਰ ਕਰਦੇ ਹਾਂ ਖਬਰਾਂ ਦੇ ਉੱਤੇ ਚਰਚਾ। ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। जी शुक्रिया आनंदप्रीत जी, सत श्री अकाल जी। ਪੰਨੂ ਸਾਹਿਬ ਸਭ ਤੋਂ ਪਹਿਲੀ ਖਬਰ ਬਠਿੰਡੇ ਤੋਂ ਲੈਣੀ ਹੈ ਜੀ। ਬਠਿੰਡੇ ਕਾਫੀ ਉਥਲ ਪੁਥਲ ਪਹਿਲੇ ਸਮੇਂ 'ਚ ਵੀ ਹੋਈ ਹੈ, ਹੁਣ ਫੇਰ ਉਥਲ ਪੁਥਲ ਦਾ ਕਾਰਨ ਬਣਿਆ ਤੇ ਹੁਣ ਮੇਅਰ ਦੀ ਕੁਰਸੀ ਦੇ ਪਾਵੇ ਹਿੱਲਣ ਲੱਗ ਗਏ। ਉੱਥੇ ਚਰਚਾ ਇਹ ਚੱਲ ਰਹੀ ਹੈ ਜੀ ਕਿ ਕਾਂਗਰਸ ਪਾਰਟੀ ਦਾ ਮੇਅਰ ਸੀ, ਹੁਣ ਕਹਿੰਦੇ ਕਿ ਮਨਪ੍ਰੀਤ ਬਾਦਲ ਸਾਹਿਬ ਆਪਣਾ ਮੇਅਰ ਬਣਾਉਣ ਲੱਗੇ ਨੇ ਜੀ। ਕੀ ਕੁਝ ਉੱਥੇ ਚੱਲ ਰਿਹਾ ਪੰਨੂ ਸਾਹਿਬ, ਖੋਲਿਓ ਕਹਾਣੀ। देखो, जे तो मनप्रीत सिंह बादल की दाल गली, जिदा खजाना मंत्री होंदियां सारे कौंसलर के अगे पिछे तुरे फिरते होंदे सी, फिर तो उन्होंने सारिਆਂ ਨੂੰ खिच के लै जूगा भारतीय जनता पार्टी 'ਚ। पंजाबी का मुहावरा तो सुनिया ही आ, जिधर गया बाणिया उधर गया बाजार। जिहड़ा बंदा 2 वारी पंजाब का खजाना मंत्री रह चुका होवे, बाजार नूं अपने नाल खिच्चण की समर्था रखदा हो सकदा, पर है कि नहीं मैनूं पता नहीं। अब पिछलियां चोणां 'ਚ विधान सभा 'ਚ बड़ी बेइज्जती वाली हार हुई सी उहदी। जिस तरह ਉਹ ਹਾਰਿਆ ਸੀ ਉਹਦੇ ਤੋਂ ਬਾਅਦ ਕਾਂਗਰਸੀ ਵੀ ਉਹਦੇ ਉੱਤੇ ਬਹੁਤ ਔਖੇ ਭਾਰੇ ਹੁੰਦੇ ਸੀ, ਕਹਿੰਦੇ ਸੀ ਆਪ ਤਾਂ ਇਹਨੇ ਡੁੱਬਣਾ ਸੀ, ਜਜਮਾਨ ਵੀ ਡੋਬਤੇ, ਜਿਹੜੇ ਬਾਕੀ ਇਹਦੇ ਨਾਲ ਲੱਗੇ ਸੀ ਉਹ ਸਾਰਿਆਂ ਨੂੰ ਇਹਨੇ ਡੋਬ ਛੱਡਿਆ। ਬਹੁਤਾ ਗੁੱਸਾ ਇਹਦੇ ਤੇ ਚੜ੍ਹਦਾ ਹੁੰਦਾ ਸੀ। ਸਾਰੇ ਕਹਿੰਦੇ ਸੀ ਪਾਲਿਸੀਆਂ ਇਹਦੀਆਂ ਅਕਾਲੀ ਰਾਜ ਵੇਲੇ ਵੀ ਇਸ ਤਰ੍ਹਾਂ ਦੀਆਂ ਸਨ, ਜਿਹੜੀਆਂ ਲੋਕਾਂ ਦਾ ਭਲਾ ਕਰਨ ਵਾਸਤੇ ਜੇ ਕੋਈ ਸਕੀਮ ਬਣਦੀ ਵੀ ਸੀ ਤੇ ਠੀਕ ਤਰ੍ਹਾਂ ਲਾਗੂ ਨਹੀਂ ਸੀ ਹੋਣ ਦਿੰਦਾ, ਫੰਡ ਰਿਲੀਜ਼ ਨਹੀਂ ਸੀ ਹੋਣ ਦਿੰਦਾ। ਇਹ ਉਹ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਜਦੋਂ ਕਾਂਗਰਸੀ ਰਾਜ ਆਇਆ ਤੇ ਇਹਦੇ ਹੱਥ ਖਜ਼ਾਨਾ ਆ ਗਿਆ, ਇਹਨੇ ਫਿਰ ਆਪਣਿਆਂ ਪਰਾਇਆਂ ਦੇ ਵਿੱਚ ਵਿਤਕਰਾ ਰੱਖ ਕੇ ਕੰਮ ਕਰਨਾ ਸ਼ੁਰੂ ਕਰਤਾ। ਇਹ ਵੀ ਗੱਲ ਉਹ ਕਹਿੰਦੇ ਆ, ਮੈਂ ਨਹੀਂ ਕਹਿੰਦਾ। ਇਹੋ ਜਿਹੇ ਦੋਸ਼ ਬਹੁਤ ਲੱਗਦੇ ਰਹੇ। ਦੂਸਰਾ ਇਹ ਕਿ ਬਠਿੰਡੇ ਦੇ ਵਿੱਚ ਕਈ ਕਿਸਮ ਦੇ ਪੁੱਠੇ ਸਿੱਧੇ ਕੰਮ ਪਿਛਲੇ 5 ਸਾਲਾਂ 'ਚ ਹੁੰਦੇ ਰਹੇ। ਇਸ ਸਰਕਾਰ ਤੋਂ ਪਿਛਲੇ, ਹੁਣ ਤਾਂ 1 ਸਾਲ ਹੋਰ ਉੱਤੇ ਹੋ ਗਿਆ, ਇਹਦੇ ਤੋਂ ਪਿਛੇ ਜਿਹੜੀ ਕਾਂਗਰਸੀ ਸਰਕਾਰ ਸੀ ਉਹਦੇ 5 ਸਾਲਾਂ 'ਚ ਬਹੁਤ ਸਾਰੇ ਪੁੱਠੇ ਕੰਮ ਹੁੰਦੇ ਰਹੇ ਤੇ ਉਹਨਾਂ ਸਾਰੇ ਪੁੱਠੇ ਕੰਮਾਂ ਦੇ ਵਿੱਚ ਹੱਥ ਅਲਟੀਮੇਟਲੀ ਇਹਦੇ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਨੇੜਦਿਆਂ ਤੇ ਕੁਝ ਰਿਸ਼ਤੇਦਾਰਾਂ ਦਾ ਵੀ ਗਿਣਿਆ ਜਾਂਦਾ ਸੀ। ਬੜੀ ਬਦਨਾਮੀ ਹੁੰਦੀ ਰਹੀ। ਹੁਣ ਉੱਥੇ ਜਿਹੜੇ ਕੌਂਸਲਰ ਨੇ ਉਹ ਇਹ ਸਮਝਦੇ ਆ ਕਿ ਉਸ ਬਦਨਾਮੀ ਦੇ ਹੁੰਦਿਆਂ ਜੇ ਇਹਦੇ ਨਾਲ ਚਲੇ ਗਏ ਤੇ ਇਹ ਮਨਪ੍ਰੀਤ ਸਿੰਘ ਬਾਦਲ ਦੇ ਆਪ ਤਾਂ ਪਾਰ ਲੱਗਣ ਦੀ ਆਸ ਕੋਈ ਨਹੀਂ, ਸਾਨੂੰ ਸਾਰਿਆਂ ਨੂੰ ਡੋਬ ਸਕਦਾ। ਦੂਸਰਾ ਜਿਹੜੀ ਉਹ ਸਾਬਕਾ ਅਕਾਲੀ ਵਿਧਾਇਕ ਅੱਜ ਕੱਲ੍ਹ ਉਹ ਵੀ ਭਾਜਪਾ 'ਚ ਹੈ, ਸਰੂਪ ਸਿੰਗਲਾ, ਜਿਹੜੀਆਂ ਗੱਲਾਂ ਕਰਦਾ ਕਿ ਇਹਨਾਂ ਦਾ ਬਾਦਲ ਪਰਿਵਾਰ ਦੇ ਦੋਵਾਂ ਭਰਾਵਾਂ ਦਾ ਚਾਚੇ ਤਾਏ ਦੇ ਪੁੱਤਾਂ ਦਾ ਅੰਦਰ ਖਾਤੇ ਸਮਝੌਤਾ, ਉਹ ਆਪਣੀ ਗੱਲ ਛੱਡਣ ਨੂੰ ਤਿਆਰ ਨਹੀਂ। ਮਨਪ੍ਰੀਤ ਸਿੰਘ ਬਾਦਲ ਉਹਦੇ ਮਗਰ ਹੀ ਭਾਜਪਾ ਚਲਾ ਗਿਆ। ਪਹਿਲਾਂ ਸਰੂਪ ਸਿੰਗਲਾ ਗਿਆ ਸੀ, ਫਿਰ ਉਹਦਾ ਕੱਟੜ ਵਿਰੋਧੀ ਮਨਪ੍ਰੀਤ ਸਿੰਘ ਬਾਦਲ ਚਲਾ ਗਿਆ। ਪੱਤਰਕਾਰਾਂ ਨੇ ਪੁੱਛਿਆ ਸਰੂਪ ਸਿੰਗਲਾ ਨੂੰ ਕਿ ਬਾਊ ਜੀ ਤੁਸੀਂ ਹੁਣ ਕੀ ਕਰੋਗੇ, ਮਨਪ੍ਰੀਤ ਸਿੰਘ ਬਾਦਲ ਵੀ ਤੁਹਾਡੀ ਪਾਰਟੀ 'ਚ ਆ ਗਿਆ। ਸਰੂਪ ਸਿੰਗਲਾ ਨੂੰ ਲੋਕੀ ਸਿੰਗਲਾ ਸਾਹਿਬ ਕਹਿਣ ਦੇ ਬਜਾਏ ਬਹੁਤੇ ਬਾਊ ਸਰੂਪ ਸਿੰਗਲਾ ਕਹਿੰਦੇ। ਉਹਨਾਂ ਸਾਰੇ ਆਖਿਆ ਬਾਊ ਜੀ ਹੁਣ ਕੀ ਕਰਨਾ, ਤੇ ਬਾਊ ਜੀ ਨੇ ਆਖਿਆ ਜੀ ਆ ਗਿਆ ਤੇ ਆ ਜਾਵੇ, ਪਾਰਟੀ ਇੱਕ 'ਚ ਹੋਈਏ ਦੂਸਰੀ 'ਚ ਹੋਈਏ। ਮੈਂ ਉਹਦੇ ਖਿਲਾਫ ਜਿਹੜੀ ਸ਼ਿਕਾਇਤ ਦਿੱਤੀ ਉਹ 'ਤੇ ਕਾਇਮ ਹੈ। ਜਦੋਂ ਉਹ ਸ਼ਿਕਾਇਤ 'ਤੇ ਕਾਇਮ ਹੋਵੇਗਾ ਤੇ ਅੜਿੱਕੇ ਤਾਂ ਇਹਦੇ ਅੱਗੇ ਵੀ ਅੱਗੇ ਆਉਣੇ ਆ ਫਿਰ ਮੁੜ ਕੇ। ਇਹ ਵੀ ਹੋ ਸਕਦਾ ਕਿ ਬਠਿੰਡੇ ਦੇ ਕੌਂਸਲਰ ਇੱਕ ਗਰੁੱਪ ਟੁੱਟ ਕੇ ਮਨਪ੍ਰੀਤ ਸਿੰਘ ਬਾਦਲ ਨਾਲ ਚੱਲ ਜਾਵੇ, ਪਰ ਇਹ ਵੀ ਹੋ ਸਕਦਾ ਕਿ ਬਠਿੰਡੇ ਦੇ ਕੌਂਸਲਰਾਂ ਦਾ ਇੱਕ ਗਰੁੱਪ ਬਾਬੂ ਸਰੂਪ ਸਿੰਗਲਾ ਦੇ ਨਾਲ ਵੀ ਚਲਿਆ ਜਾਵੇ। ਤੇ ਇਹ ਵੀ ਹੋ ਸਕਦਾ ਕਿ ਉਹਨਾਂ 'ਚੋਂ ਕੁਝ ਲੋਕ ਇਹ ਸੋਚ ਲੈਣ ਕਿ ਇਹਨਾਂ ਦਾ ਤਾਂ ਹੁਣ ਕੋਈ ਰਾਹ ਲੱਭਦਾ ਨਹੀਂਗਾ ਤੇ ਅਸੀਂ ਆਮ ਆਦਮੀ ਪਾਰਟੀ ਵੱਲ ਹੀ ਚੱਲ ਜਾਈਏ। ਜਿਹੜੇ ਬੰਦੇ ਨੇ ਪਿਛਲੇ ਸਮੇਂ ਦੇ ਵਿੱਚ ਵਿਧਾਇਕ ਦੀ ਚੋਣ ਜਿੱਤੀ ਆ ਉੱਥੋਂ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ, ਉਹ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਸੀ, ਲੋਕਾਂ ਨੇ ਉਹਦੀ ਸੇਵਾ ਦੀ ਕਦਰ ਪਾਈ ਹੈ ਤੇ ਬੰਦਾ ਸਾਧ ਮੁਰਾਦਾ ਕਿਸਮ ਦਾ, ਕਦੇ ਉਹਨੇ ਕਿਸੇ ਦਾ ਪੈਰ ਮਿੱਧਿਆ ਨਹੀਂ, ਗਾਲ ਕਿਸੇ ਨੂੰ ਕੱਢੀ ਨਹੀਂ, ਕੱਢ ਗਿਆ ਕੋਈ ਬੁਰਾ ਮਨਾਇਆ ਨਹੀਂ। ਉਸ ਬੰਦੇ ਦਾ ਜਿਸ ਤਰ੍ਹਾਂ ਦਾ ਲੋਕਾਂ ਵਿੱਚ ਅਸਰ ਹੈ, ਇਹ ਭਾਵੇਂ ਕਾਂਗਰਸ ਦੇ 2 ਗਰੁੱਪ ਆਪੋ ਵਿੱਚ ਮੀਟਿੰਗਾਂ ਕਰਦੇ ਪਏ ਆ। ਮੇਰੀ ਆਪਣੀ ਨਿੱਜੀ ਜਾਣਕਾਰੀ ਕਹਿੰਦੀ ਹੈ ਕਿ ਕਾਂਗਰਸ ਦੇ ਕੌਂਸਲਰਾਂ ਦੇ ਵਿੱਚੋਂ ਕੁਝ ਲੋਕ ਰਾਤ ਬਰਾਤੇ ਗਾਏ ਬਗਾਏ ਜਾ ਕੇ ਆਮ ਆਦਮੀ ਪਾਰਟੀ ਦੇ MLA ਨੂੰ ਵੀ ਮਿਲਦੇ ਪਏ ਆ ਕਿ ਉਧਰ ਤਾਂ ਜੀ ਹੁਣ ਕੋਈ ਹੱਜ ਨਹੀਂ ਰਹਿ ਗਿਆ ਰਾਜਨੀਤੀ ਕਰਨ ਦਾ ਤੇ ਸਾਨੂੰ ਹੁਣ ਤੁਸੀਂ ਕਿਸੇ ਪਾਸੇ ਲਾਓ। ਅੱਗੋਂ ਚੋਣਾਂ ਤੁਰੀਆਂ ਆਉਂਦੀਆਂ। ਜੇ ਇੱਥੇ ਜਲੰਧਰ ਵਿੱਚ, ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ 'ਚ ਜਿਹੜੇ ਪੁਰਾਣੇ ਕਾਂਗਰਸ ਦੇ ਤੇ ਅਕਾਲੀ ਦਲ ਦੇ ਤੇ ਭਾਜਪਾ ਦੇ ਵਰਕਰ ਆ ਛੱਡ ਕੇ ਆਮ ਆਦਮੀ ਪਾਰਟੀ ਵੱਲ ਜਾ ਰਹੇ ਆ
ਤੇ ਇਸ ਵਰਤਾਰੇ ਤੋਂ ਬਠਿੰਡਾ ਕਿੱਦਾਂ ਬਚਿਆ ਰਹਿ ਸਕਦਾ। ਖਿੱਚੋਤਾਣ ਇਸ ਵੇਲੇ ਬਾਕੀ ਸਾਰੀਆਂ ਥਾਵਾਂ ਨਾਲੋਂ ਵੱਧ ਬਠਿੰਡੇ 'ਚ ਆ। ਇੱਦਾਂ ਦੀ ਖਿੱਚੋਤਾਣ ਨਾ ਤਾਂ ਜਲੰਧਰ 'ਚ ਆ ਨਾ ਅੰਮ੍ਰਿਤਸਰ 'ਚ। ਬਠਿੰਡੇ 'ਚ ਹੋਣ ਦਾ ਕਾਰਨ ਇਹ ਆ ਕਿ ਉੱਥੇ ਕੁਝ ਲੋਕ ਮਨਪ੍ਰੀਤ ਬਾਦਲ ਦੇ ਨਾਲ ਹੈ, ਕੁਝ ਲੋਕ ਮਨਪ੍ਰੀਤ ਦੇ ਖਿਲਾਫ ਹੈ। ਮੁੱਦਾ ਇਸ ਵੇਲੇ ਇਹ ਆ ਕਿ ਮਨਪ੍ਰੀਤ ਦੇ ਨਾਲ ਰਹਿਣਾ ਕਿ ਪਰੇ ਜਾ ਕੇ ਬਹਿਣਾ। ਜੀ ਬਿਲਕੁਲ ਠੀਕ ਪਨੂ ਸਾਹਿਬ। ਕਾਂਗਰਸ 'ਚ ਧੜੇਬੰਦੀਆਂ ਨੂੰ ਕਹਿੰਦੇ ਕਿ ਉੱਥੇ ਬਰਦਾਸ਼ਤ ਨਹੀਂ ਇਸ ਕਰਕੇ ਗਏ ਸੀ, ਪਰ ਬੀਜੇਪੀ ਜਾਂਦੇ ਧੜੇਬੰਦੀਆਂ ਉੱਥੇ ਵੀ ਸ਼ੁਰੂ ਹੋ ਗਈਆਂ। ਖੈਰ ਦੇਖਦੇ ਹਾਂ ਬਣਦਾ ਕੀ ਹੈ। ਨਹੀਂ ਨਾਲ ਲੈ ਕੇ ਗਏ ਨੇ ਧੜੇਬੰਦੀਆਂ। ਇਹਨਾਂ ਨੂੰ ਧੜੇਬੰਦੀ ਉੱਥੇ ਨਹੀਂ ਜਾ ਕੇ ਸ਼ੁਰੂ ਹੋਈ, ਇਹ ਆਪਣੇ ਜੋਗੀ ਨਾਲ ਲੈ ਕੇ ਗਏ। ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਜਾਤ ਪਾਤ ਹੈ ਨਹੀਂ, ਪਰ ਇੱਥੇ ਭਾਰਤ ਵਿੱਚੋਂ ਜਿਹੜੇ ਜਿਹੜੇ ਦੇਸ਼ ਵੱਖਰੇ ਹੋਏ ਉਹ ਆਪਣੇ ਨਾਲ ਜਾਤ ਪਾਤ ਵੀ ਸਾਡੇ ਕੋਲ ਲੋੜ ਜੋਗੀ ਲੈ ਕੇ ਗਏ ਆ। ਇੱਥੋਂ ਤੱਕ ਸਾਡੇ ਲੋਕ ਵਿਦੇਸ਼ਾਂ ਵਿੱਚ ਗਏ ਆ, ਜਿਹੜੇ ਪ੍ਰਵਾਸੀ ਪੰਜਾਬੀ ਹੋਣ ਜਾਂ ਪ੍ਰਵਾਸੀ ਭਾਰਤੀ, ਕੋਈ ਗੁਜਰਾਤੀ ਹੋਵੇ ਕੋਈ ਕੇਰਲਾ ਦਾ ਹੋਵੇ, ਸਾਡੇ ਲੋਕ ਉੱਥੋਂ ਤੱਕ ਆਪਣੀ ਜਾਤ ਪਾਤ ਨਾਲ ਲੈ ਕੇ ਗਏ ਆ। ਤੇ ਜੇ ਉਹ ਲੈ ਗਏ ਨੇ, ਛੂਤ ਲੈ ਗਏ ਨੇ, ਛੂਤ ਸਾਰੀ ਉੱਥੇ ਹੁੰਦੀ ਆ। ਤੇ ਜਿਹੜੀ ਇੱਥੇ ਧੜੇਬੰਦੀਆਂ ਸੀ, ਇਹ ਜਿਹੜੇ ਬੰਦੇ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਜਾਂਦੇ ਆ, ਇਹ ਧੜੇਬੰਦੀਆਂ ਨੂੰ ਕਿਤੇ ਰਾਹ 'ਚ ਡਸਟਬਿਨ ਵਿੱਚ ਤਾਂ ਨਹੀਂ ਸੁੱਟ ਜਾਂਦੇ, ਇਹ ਨਾਲ ਹੀ ਥੈਲੇ 'ਚ ਪਾ ਕੇ ਲੈ ਗਏ ਆ। ਜੀ ਅੱਛਾ ਪਨੂ ਸਾਹਿਬ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਦਿੱਲੀ ਹਾਈ ਕੋਰਟ ਨੇ ਇੱਕ ਫੈਸਲਾ ਦਿੰਦਾ ਹੋਇਆ ਆਖਿਆ ਕਿ ਜਿਹੜੇ ਐਕਸੀਡੈਂਟ ਵਾਲੇ ਕੇਸ ਹੁੰਦੇ ਨੇ ਉਹਦਾ ਜਿਹੜਾ ਮੁਆਵਜ਼ਾ ਉਹ 6 ਮਹੀਨਿਆਂ ਦੇ ਵਿੱਚ ਹੋਣਾ ਚਾਹੀਦਾ ਹੈਗਾ। ਇਹ ਪੂਰਾ ਮਾਮਲਾ ਕੀ ਹੈ ਜੀ, ਇਹ ਥੋੜਾ ਸਮਝਾਇਓ। ਦੇਖੋ, ਜਿਹੜੇ ਮੁਆਵਜ਼ੇ ਮਿਲਦੇ ਆ, ਪਹਿਲੀ ਗੱਲ ਤਾਂ ਇਹ ਕਿ ਮੁਆਵਜ਼ੇ ਕਿਉਂ ਮਿਲਦੇ ਆ, ਮੌਤਾਂ ਘਟਾਉਣ ਵਾਸਤੇ ਯਤਨ ਕਿਉਂ ਨਹੀਂ ਹੁੰਦਾ। ਇਹ ਹਰ ਵਾਰੀ ਕਿਉਂ ਹੁੰਦਾ ਕਿ ਇੱਥੇ ਇੰਨੇ ਲੋਕ ਮਾਰੇ ਗਏ, ਉਹਨਾਂ ਨੂੰ ਮੁੱਖ ਮੰਤਰੀ ਇੰਨੇ ਪੈਸੇ ਦੇਵੇਗਾ, ਲੋਕਲ ਪਾਰਲੀਮੈਂਟ ਮੈਂਬਰ ਇੰਨੇ ਦੇਵੇਗਾ, ਡੀਸੀ ਨੇ ਆਖਿਆ ਅਸੀਂ ਇੰਨੇ ਦਿਆਂਗੇ, ਪ੍ਰਧਾਨ ਮੰਤਰੀ ਨੂੰ ਜੇ ਚੇਤਾ ਆ ਗਿਆ ਤੇ ਉਹਨੇ ਆਖਿਆ ਅਸੀਂ ਇੰਨੇ ਦਿਆਂਗੇ। ਇਹ ਮੌਤਾਂ ਦੇ ਉੱਤੇ ਮੁਆਵਜ਼ੇ ਦੀ ਕੋਈ ਬੋਲੀ ਲੱਗਦੀ ਹੈ? ਇਹ ਬੋਲੀ ਬਿਲਕੁਲ ਨਹੀਂ ਲੱਗਣੀ ਚਾਹੀਦੀ। ਲੋਕ ਮਰਦੇ ਆ, ਉਹਨਾਂ ਨੂੰ ਮਰਨ ਤੋਂ ਬਚਾਉਣਾ ਚਾਹੀਦਾ। ਥਾਂ ਥਾਂ ਤੇ ਬਣੇ ਫਲਾਈਓਵਰ ਸਾਡੇ ਗਲਤ ਬਣੇ ਨੇ, ਕਿਸੇ ਥਾਂ ਤੇ ਟ੍ਰੈਫਿਕ ਨੂੰ ਚੈੱਕ ਕਰਨ ਵਾਸਤੇ ਪੂਰੇ ਪ੍ਰਬੰਧ ਹੈ ਨਹੀਂ। ਜਿੱਥੇ ਥੋੜ੍ਹੇ ਬਹੁਤ ਪ੍ਰਬੰਧ ਕੀਤੇ ਆ, ਉਹਨਾਂ ਪ੍ਰਬੰਧਾਂ ਦੇ ਵਿੱਚ ਭ੍ਰਿਸ਼ਟਾਚਾਰ ਆਮ ਤੌਰ 'ਤੇ ਵੇਖਿਆ ਜਾਂਦਾ। ਸਪੀਡ 'ਤੇ ਆਉਂਦੀ ਗੱਡੀ ਨੂੰ ਘੇਰ ਕੇ ਉਹਨੂੰ ਵੀ ਪਾਸੇ ਕਰਕੇ ਗੱਲਬਾਤ ਕੀਤੀ ਜਾਂਦੀ ਹੈ। ਹੋਰ ਤਾਂ ਹੋਰ, ਜੇ ਮੇਰੇ ਕੋਲ ਚੰਡੀਗੜ੍ਹ ਦੇ ਨੰਬਰ ਦੀ ਗੱਡੀ ਹੈ ਤੇ ਮੈਨੂੰ ਲੁਧਿਆਣੇ 'ਚ ਵੀ ਰੋਕ ਕੇ ਕਹਿਣਗੇ ਪਾਸੇ ਕਰ ਲੈ, ਬਾਅਦ 'ਚ ਭਾਵੇਂ ਪਛਾਣ ਕੇ ਕਹਿ ਦੇਣ ਤੁਸੀਂ ਚਲੇ ਜਾਓ। ਮੇਰੇ ਜਲੰਧਰ ਸ਼ਹਿਰ 'ਚ ਮੇਰੀ ਗੱਡੀ ਨੂੰ ਕਈ ਵਾਰੀ ਰੋਕਿਆ ਜਾਂਦਾ, ਹਰ ਦੂਜੇ ਤੀਜੇ ਦਿਨ ਹੱਥ ਦੇ ਕੇ ਪੁਲਿਸ ਵਾਲੇ ਰੋਕ ਲੈਂਦੇ ਆ। ਬਾਕੀ ਗੱਡੀਆਂ ਲੰਘਦੀਆਂ ਚੋਬੇ ਬਾਹਰ ਦੀ ਗੱਡੀ ਆਈ ਘੇਰ ਲਓ, ਜਦੋਂ ਮੈਨੂੰ ਬੈਠਿਆਂ ਵੇਖਦੇ ਪਛਾਣ ਕੇ ਕਹਿੰਦੇ ਚੰਗਾ ਤੁਸੀਂ ਲੰਘ ਜਾਓ। ਜੇ ਮੈਨੂੰ ਲੰਘਾਤਾ ਤੇ ਬਾਕੀਆਂ ਤੋਂ ਲੰਘਾਉਂਦੇ ਹੋਣਗੇ। ਇਹ ਵੀ ਕੰਮ ਚੱਲਦਾ। ਇਹਦਾ ਕਰਕੇ ਬਹੁਤ ਕੁਝ ਸੜਕਾਂ ਦੇ ਉੱਤੇ ਗਲਤ ਹੋ ਰਿਹਾ। ਅਸੀਂ ਹਰ ਰੋਜ਼ ਕਿੰਨੀਆਂ ਖਬਰਾਂ ਪੜ੍ਹਦੇ ਹਾਂ ਜਿਨ੍ਹਾਂ ਦੇ ਵਿੱਚ ਮੌਤਾਂ ਹੋਈਆਂ ਹੁੰਦੀਆਂ। ਜਵਾਨੀ ਨੂੰ ਇਸ ਕੰਮ ਤੋਂ ਮੋੜਨ ਵਾਸਤੇ ਵੀ ਕੋਈ ਨਹੀਂ ਸਿਖਾਉਂਦਾ। ਆ ਪਰਸੋਂ ਚੌਥ ਦੀ ਗੱਲ ਹੈ, 4 ਮੁੰਡੇ ਮਾਰੇ ਗਏ, ਚਲਦੀ ਕਾਰ 'ਚ ਪਾਰਟੀ ਵੀ ਕਰਦੇ ਪਏ ਸੀ, ਨਾਲ ਵੀਡੀਓ ਬਣਾਉਂਦੇ ਪਏ ਸੀ, 120 ਦੀ ਸਪੀਡ ਤੇ ਗੱਡੀ ਚੱਲਦੀ ਪਈ ਸੀ। ਇਹੋ ਜਿਹੇ ਹਾਲਾਤ ਜਿਹੜੇ ਆ, ਉਹਨਾਂ ਨੂੰ ਚੈੱਕ ਕਰਨ ਵਾਸਤੇ ਵੀ ਕਿਸੇ ਪਾਸੇ ਕੋਈ ਪ੍ਰਬੰਧ ਨਹੀਂ ਹੋ ਰਿਹਾ। ਜਦੋਂ ਗੱਲ ਉੱਠਦੀ ਹੈ ਤੇ ਮੁਆਵਜ਼ਿਆਂ ਦੀ ਉੱਠਦੀ ਹੈ। ਮੈਂ ਮੁਆਵਜ਼ਿਆਂ ਦੇ ਬਾਰੇ 'ਚ ਇਹ ਦੱਸਾਂ ਕਿ ਸਾਰੇ ਭਾਰਤ ਵਿੱਚ ਇੱਕ ਪੈਟਰਨ ਹੋਣਾ ਚਾਹੀਦਾ, ਇੱਕ ਹੈ ਨਹੀਂ। ਇਹ ਸਵਾਲ ਮੈਂ ਜਦੋਂ ਕਾਰਗਿਲ ਦੀ ਜੰਗ ਹੋ ਕੇ ਹਟੀ ਆ, ਉਦੋਂ ਵੀ ਉਠਾਇਆ ਸੀ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਇੱਥੇ ਆਏ ਸੀ ਲੁਧਿਆਣੇ, ਤੇ ਉਹਨਾਂ ਦੇ ਅਖਬਾਰਾਂ ਵਾਲਿਆਂ ਦੀ ਮੀਟਿੰਗ ਸੱਦੀ। ਮੈਂ ਉਸ ਮੀਟਿੰਗ ਵਿੱਚ ਸਾਂ। ਕਿਸੇ ਨੇ ਕੋਈ ਸਵਾਲ ਪੁੱਛਿਆ, ਕਿਸੇ ਨੇ ਕੋਈ ਪੁੱਛਿਆ। ਮੈਂ ਇੱਕੋ ਪੁੱਛਿਆ ਸੀ ਕਿ ਕਾਰਗਿਲ ਦੇ ਵਿੱਚ ਜਿਹੜਾ ਸ਼ਹੀਦ ਹੋਇਆ ਫੌਜ ਦਾ ਜਵਾਨ, ਉਹ ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਯੂਪੀ ਦਾ, ਬਿਹਾਰ ਦਾ ਹੋਵੇ ਜਾਂ ਆਂਧਰਾ ਪ੍ਰਦੇਸ਼ ਦਾ, ਜਵਾਨ ਨੇ ਦੇਸ਼ ਵਾਸਤੇ ਤਾਂ ਜਾਨ ਦਿੱਤੀ ਹੈ ਨਾ। ਇੱਥੇ ਹੁੰਦਾ ਕਿ ਇੱਕ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਉਹਨੂੰ 7 ਲੱਖ ਦਿਆਂਗੇ, ਦੂਜੇ ਕਹਿੰਦੇ ਅਸੀਂ 9 ਲੱਖ ਦਿਆਂਗੇ, ਤੀਜੇ ਕਹਿੰਦੇ ਅਸੀਂ 11 ਲੱਖ ਦਿਆਂਗੇ। ਇਹ ਤੁਸੀਂ ਸ਼ਹੀਦੀਆਂ ਦੇ ਉੱਤੇ ਬੋਲੀ ਕਿਉਂ ਲਾਉਂਦੇ ਹੋ? ਤੇ ਪ੍ਰਧਾਨ ਮੰਤਰੀ ਵਾਜਪਾਈ ਨੇ ਆਖਿਆ ਸੀ ਕਿ ਗੱਲ ਤੁਹਾਡੀ ਠੀਕ ਹੈ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਪਰ ਅਮਲ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅੱਡ-ਅੱਡ ਸੂਬਿਆਂ 'ਚ ਆਪੋ ਆਪਣੀ ਪਹੁੰਚ ਦੇ ਮੁਤਾਬਕ ਕੰਮ ਕਰਦੀਆਂ, ਤੇ ਅਸੀਂ ਸੈਂਟਰ ਗੌਰਮੈਂਟ ਵਾਲੇ ਰੋਕ ਨਹੀਂ ਸਕਦੇ। ਜਿਹੜੀ ਗੱਲ ਉਦੋਂ ਸ਼ਹੀਦਾਂ ਦੇ ਮਾਮਲੇ ਵਿੱਚ ਸੀ, ਜੰਗੀ ਸ਼ਹੀਦਾਂ ਦੇ ਮਾਮਲੇ 'ਚ, ਉਹੀ ਹੁਣ ਹਾਦਸਿਆਂ ਦੇ ਮਾਮਲੇ 'ਚ ਆ। ਕਿਸੇ ਸੂਬੇ 'ਚ ਕੋਈ ਪੈਟਰਨ ਹੈ, ਕਿਸੇ 'ਚ ਕੋਈ ਪੈਟਰਨ ਹੈ। ਫਿਰ ਇਹਦੇ ਤੋਂ ਅੱਗੇ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ, ਉਹਨਾਂ ਦੇ ਵੀ ਵੱਖੋ ਵੱਖਰੇ ਰੂਲਸ ਨੇ। ਸਾਡੀਆਂ ਅਦਾਲਤਾਂ ਕਈ ਵਾਰੀ ਇਸ ਗੱਲ ਦੇ ਫੈਸਲੇ ਦੇ ਚੁੱਕੀਆਂ ਕਿ ਮੋਟਰਸਾਈਕਲ ਹੋਵੇ, ਕਾਰ ਹੋਵੇ, ਕੋਈ ਗੱਡੀ ਹੋਰ ਹੋਵੇ, ਜਿਹੜੀ ਗੱਡੀ ਕੋਈ ਬੰਦਾ ਚਲਾ ਰਿਹਾ, ਉਹ ਗੱਡੀ ਦਾ ਮਾਲਕ ਹੋਵੇ ਜਾਂ ਨਾ ਮਾਲਕ ਹੋਵੇ, ਜੇ ਉਸ ਗੱਡੀ ਦਾ ਬੀਮਾ ਹੋਇਆ, ਭਾਵੇਂ ਉਹ ਬੀਮਾ ਕਿਸੇ ਨੇ ਕਰਾਇਆ ਹੋਵੇ, ਉਸ ਗੱਡੀ ਦਾ ਬੀਮਾ ਕਰਨ ਲੱਗਿਆ ਤੁਸੀਂ ਚੈੱਕ ਕਰ ਲੈਣਾ ਸੀ ਕਿ ਗੱਡੀ ਠੀਕ ਹੈ ਕਿ ਨਹੀਂ। ਉਹਦਾ ਡਰਾਈਵਰ ਜਿਹੜੇ ਵੀ ਹਾਲਾਤ ਵਿੱਚ ਚਲਾਉਂਦਾ ਹੋਵੇ, ਉਹਦਾ ਕਲੇਮ ਤੁਸੀਂ ਦੇਣਾ। ਕਲੇਮ ਨਹੀਂ ਦਿੱਤੇ ਜਾਂਦੇ, ਫਿਰ ਉਹ ਕਲੇਮ ਟ੍ਰਿਬਿਊਨਲ ਕੋਲ ਕੇਸ ਜਾਂਦੇ ਆ, ਉੱਥੇ 5-5 7-7 ਸਾਲ ਲੰਘ ਜਾਂਦੇ ਆ। ਇਸ ਤਰ੍ਹਾਂ ਦਾ ਇਹ ਤਮਾਸ਼ਾ ਬਣਿਆ ਪਿਆ। ਉਹਦੇ 'ਚ ਹੁਣ ਹਾਈ ਕੋਰਟ ਨੇ ਆਖਿਆ
ਕਿ ਮੁਆਵਜ਼ਿਆਂ ਬਾਰੇ ਜਿਹੜਾ ਐਕਸੀਡੈਂਟ ਕਲੇਮ ਬਾਰੇ ਕਾਨੂੰਨ ਹੈ ਉਹ 6 ਮਹੀਨਿਆਂ ਦੇ ਅੰਦਰ ਅੰਦਰ ਉਹ ਸਾਰਾ ਪ੍ਰਬੰਧ ਲਾਗੂ ਕੀਤਾ ਜਾਣਾ ਚਾਹੀਦਾ। ਹੁਣ ਦਿੱਲੀ ਹਾਈ ਕੋਰਟ ਆਖੇਗੀ ਦਿੱਲੀ ਦੇ ਵਿੱਚ ਕਰ ਦਿੱਤਾ ਜਾਵੇਗਾ, ਦਿੱਲੀ NCR ਤੱਕ ਵੀ ਹੋ ਸਕਦਾ, ਹਾਲਾਂਕਿ NCR ਤੇ ਕਰਨਾਲ 'ਚ ਆਉਂਦਾ, ਕਰਨਾਲ ਤੱਕ ਆ ਜਾਂਦਾ, ਪਰ ਹਰਿਆਣੇ ਦੀ ਸਰਕਾਰ ਨਹੀਂ ਲਾਗੂ ਕਰੂਗੀ। ਉਹ ਦਿੱਲੀ ਹਾਈ ਕੋਰਟ ਦਾ ਫੈਸਲਾ ਦਿੱਲੀ ਸ਼ਹਿਰ ਤੱਕ, ਉਹਦੇ ਇਰਦ ਗਿਰਦ ਤੱਕ ਰਹਿ ਜਾਣਾ, ਉਹਦੇ ਤੋਂ ਬਾਹਰ ਨਹੀਂ ਜਾਣਾ। ਮੈਂ ਸਮਝਦਾ ਕਿ ਇਹ ਸਾਰੇ ਦੇਸ਼ ਦੇ ਵਿੱਚ ਇੱਕਸਾਰ ਲਾਗੂ ਹੋ ਜਾਣਾ ਚਾਹੀਦਾ ਕਿ ਪਹਿਲੀ ਗੱਲ ਤਾਂ ਹਾਦਸੇ ਘਟਾਉਣ ਵਾਸਤੇ ਯਤਨ ਕੀਤਾ ਜਾਵੇ, ਪਰ ਜੇ ਬਦਕਿਸਮਤੀ ਨਾਲ ਕੋਈ ਮਾਰਿਆ ਜਾਂਦਾ, ਭਾਵੇਂ ਉਹ ਆਪਣੀ ਗਲਤੀ ਨਾਲ ਮਾਰਿਆ ਜਾਂਦਾ, ਭਾਵੇਂ ਕਿਸੇ ਦੂਸਰੇ ਦੀ ਬੇਵਕੂਫੀ ਦਾ ਸ਼ਿਕਾਰ ਹੋ ਜਾਂਦਾ, ਜੋ ਮਰਜ਼ੀ ਹਾਲਾਤ ਹੋਣ, ਉਹਨਾਂ ਸਾਰਿਆਂ ਦੇ ਪਰਿਵਾਰਾਂ ਦੇ ਅਥਰੂ ਪੁੰਝਣ ਵਾਸਤੇ ਕੁਝ ਨਾ ਕੁਝ ਕਰਨ ਦੀ ਲੋੜ ਹੈ। ਜਿਹੜਾ ਬੰਦਾ ਤੁਰ ਗਿਆ ਉਹਨੂੰ ਮੁਆਵਜ਼ੇ ਵਾਪਸ ਲਿਆ ਕੇ ਪਰਿਵਾਰ ਨੂੰ ਨਹੀਂ ਦੇ ਸਕਦੇ। ਜਿਹੜਾ ਤੁਸੀਂ ਮੁਆਵਜ਼ਾ ਦਿੰਦੇ ਹੋ 5 ਲੱਖ 7 ਲੱਖ 10 ਲੱਖ, ਇਹਦੇ ਨਾਲ ਉਸ ਪਰਿਵਾਰ ਦੀ ਜ਼ਿੰਦਗੀ ਸਾਰੀ ਨਹੀਂ ਲੰਘਣੀ, ਪਰ ਇੱਕ ਵਾਰੀ ਜਿਹੜਾ ਜਾਂਦਿਆਂ ਜਾਂਦਿਆਂ ਉਸ ਪਰਿਵਾਰ ਦੀ ਜ਼ਿੰਦਗੀ ਨੂੰ ਠੇਡਾ ਲੱਗਾ, ਉਹਦੇ ਤੋਂ ਸੰਭਲਣ ਵਾਸਤੇ, ਉਹਨਾਂ ਦੇ ਅਥਰੂ ਪੁੰਝਣ ਵਾਸਤੇ ਕੁਝ ਨਾ ਕੁਝ ਮਦਦ ਚਾਹੀਦੀ ਹੁੰਦੀ ਆ। ਇਹਨੂੰ ਮੁਆਵਜ਼ਾ ਨਹੀਂ, ਇਹਨੂੰ ਰਿਲੀਫ ਕਹਿੰਦੇ ਆ, ਰਾਹਤ ਕਹਿੰਦੇ ਆ। ਇਹ ਰਾਹਤ ਜਿਹੜੀ ਆ ਮਿਲਣੀ ਵੀ ਚਾਹੀਦੀ ਆ, ਠੀਕ ਵੀ ਮਿਲਣੀ ਚਾਹੀਦੀ ਆ ਤੇ ਸਮੇਂ ਸਿਰ ਵੀ ਮਿਲਣੀ ਚਾਹੀਦੀ ਆ। ਹਾਈ ਕੋਰਟ ਨੇ ਠੀਕ ਫੈਸਲਾ ਦਿੱਤਾ ਹੈ ਜੀ। ਅੱਛਾ, ਬਿਲਕੁਲ ਠੀਕ ਹੈ ਪਨੂ ਸਾਹਿਬ, ਪਰ ਪਨੂ ਸਾਹਿਬ ਹੁਣ ਸਿੱਧਾ ਤੁਹਾਨੂੰ ਅਮਰੀਕਾ ਲੈ ਕੇ ਜਾਣਾ ਹੈ, ਜਿੱਥੇ FBI ਨੇ ਉੱਥੋਂ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਘਰ ਤਲਾਸ਼ੀ ਕੀਤੀ ਹੈ। ਇਹ ਪਨੂ ਸਾਹਿਬ, ਦੇਸ਼ ਹੋਵੇ ਅਮਰੀਕਾ, ਇਹ ਭਾਰਤ ਦੇ ਲੀਡਰਾਂ ਤੋਂ ਕੁਝ ਸਿੱਖਦੇ ਕਿਉਂ ਨਹੀਂ? ਇੱਕ ਪਾਸੇ ਤਾਂ ਉਹਨਾਂ ਦੇ ਦੇਸ਼ ਦੀ ਇੱਕ ਏਜੰਸੀ ਰਾਸ਼ਟਰਪਤੀ ਦੇ ਘਰ ਦੀ ਤਲਾਸ਼ੀ ਲੈਂਦੀ ਹੈ, ਇਹ ਥੋੜਾ ਕਹਾਣੀ ਸਮਝ ਨਹੀਂ ਆਈ ਸਾਨੂੰ। ਇਹ ਦੇਖ ਲਓ ਕਿ ਉਹ ਅਮਰੀਕਾ ਦੇ ਵਿੱਚ ਕਿੱਦਾਂ ਦਾ ਸਿਸਟਮ ਹੈ। ਅਸੀਂ ਅਮਰੀਕਾ ਨੂੰ ਕੁਝ ਗੱਲਾਂ 'ਚ ਚੰਗਾ ਕਹਿੰਦੇ, ਕੁਝ ਗੱਲਾਂ 'ਚ ਮਾੜਾ ਕਹਿੰਦੇ, ਪਰ ਕੁਝ ਤਾਂ ਹੈ ਨਾ, ਉੱਥੇ ਕਾਨੂੰਨ ਲਾਗੂ ਹੁੰਦੇ ਆ। ਅਜੇ ਪਰਸੋਂ ਦੀ ਗੱਲ ਹੈ, ਬਰਤਾਨੀਆ ਦੇ ਵਿੱਚ ਉਹਨਾਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮਾੜੀ ਜਿਹੀ ਸੀਟ ਬੈਲਟ ਲਾਈ ਸੀ ਤੇ ਉਹਨੂੰ ਜੁਰਮਾਨਾ ਹੋ ਗਿਆ ਇਸ ਗੱਲ ਦਾ, ਤੇ ਸਾਰੇ ਦੇਸ਼ 'ਚ ਭੰਡੀ ਵੀ ਆਈ, ਉਹਨੂੰ ਮੁਆਫੀ ਵੀ ਮੰਗਣੀ ਪਈ। ਤੇ ਸਾਡੇ ਦੇਸ਼ ਵਿੱਚ ਇਹ ਹੈ ਕਿ ਮੋਗੇ ਲਾਗੇ ਇੱਕ ਪਿੰਡ ਦੇ ਵਿੱਚ ਸਕੂਲ ਦਾ ਆਪੇ ਬਣਿਆ ਪ੍ਰਧਾਨ, ਜਿਹਦੀ ਹਰ ਸਰਕਾਰ ਦੇ ਨਾਲ ਨੇੜਤਾ ਹੁੰਦੀ ਆ, ਉਹਦਾ ਮੁੰਡਾ ਘਰੇ ਬੈਠੇ ਦੀਆਂ ਕਹਿੰਦਾ ਸੀ ਹਾਜ਼ਰੀਆਂ ਲਾਓ। ਜਦੋਂ ਇੱਕ ਟੀਚਰ ਨੇ ਗਹਿਰਾਈ ਲਾਤੀ, ਪਿਛਲੇ 5 ਸਾਲ ਹੋ ਗਏ ਉਹ ਭੁਗਤਦੀ ਪਈ ਆ, ਨਾ ਕੋਈ ਸੈਕਟਰੀ ਉਹਦੀ ਬਾਂਹ ਫੜਦਾ ਤੇ ਨਾ ਕੋਈ ਮੰਤਰੀ ਉਹਦੀ ਬਾਂਹ ਫੜਦਾ। ਉਹ ਇੱਕ ਲੋਕ ਸੇਵਕ ਦੇ ਇਸ ਜਿਹੜੇ ਵਿਹਾਰ ਦੀ ਸ਼ਿਕਾਰ ਹੋਈ ਪਈ ਆ। ਇੱਥੇ ਸਾਡੇ ਕੋਲ ਤਾਂ ਜੇ ਕੌਂਸਲਰ ਹੋਵੇ ਕੋਈ ਤੇ ਉਹਦੀ ਗੱਡੀ ਕੋਈ ਨਹੀਂ ਰੋਕ ਸਕਦਾ, ਉਹਦੇ ਘਰ ਦੀ ਤਲਾਸ਼ੀ ਲੈਣ ਗਿਆ ਜਿਹੜਾ, ਉਹ ਜੇ ਕੌਂਸਲਰ ਰਾਜ ਕਰਦੀ ਪਾਰਟੀ ਨਾਲ ਹੋਵੇ, ਸਰਪੰਚ ਰਾਜ ਕਰਦੀ ਪਾਰਟੀ ਨਾਲ ਹੋਵੇ, ਤੇ ਉਹਦੇ ਘਰ DSP ਵੀ ਜਾਵੇ ਤੇ ਉਹਦੀ ਉੱਪਰ ਸ਼ਿਕਾਇਤ ਹੋ ਜਾਂਦੀ, ਕਹਿੰਦੇ ਜਿਹਨੂੰ ਬਦਲ ਦਿਓ, ਰਾਜ ਕਰਦੀ ਪਾਰਟੀ ਦਾ ਬੰਦਾ ਸੀ, ਉਹਦੇ ਘਰ ਇਹਨੇ ਇਸ ਤਰ੍ਹਾਂ ਦੇ ਜਾਣ ਦੀ ਜ਼ਰੂਰਤ ਕਿਉਂ ਕੀਤੀ? ਅਮਰੀਕਾ ਵਿੱਚ ਵੇਖੋ ਕਿ ਦੇਸ਼ ਦੇ ਰਾਸ਼ਟਰਪਤੀ ਦੇ ਘਰ ਦੀ ਤਲਾਸ਼ੀ ਵੀ ਉੱਥੋਂ ਦੀ ਜਿਹੜੀ ਜਾਂਚ ਏਜੰਸੀ ਆ ਕਰ ਰਹੀ ਹੈ। ਮੈਂ ਕਹਿੰਦਾ ਇਹੋ ਜਿਹਾ ਸਿਸਟਮ ਉਹ ਅਮਰੀਕਾ ਤੋਂ ਬਾਅਦ ਸਾਡੇ ਭਾਰਤ ਵਿੱਚ ਵੀ ਲਾਗੂ ਹੋਣਾ ਚਾਹੀਦਾ। ਭਾਰਤ ਵਿੱਚ ਜੇ ਲਾਗੂ ਨਹੀਂ ਹੁੰਦਾ ਤੇ ਇਹੀ ਕਾਰਨ ਹੈ ਕਿ ਇੱਥੇ ਬਹੁਤ ਸਾਰੀ ਗੜਬੜ ਹੁੰਦੀ ਆ। ਕਦੇ ਸਾਡਾ ਕੋਈ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬੋਫੋਰਸ ਕੇਸ ਦੇ ਵਿੱਚੋਂ 65 ਕਰੋੜ 64 ਕਰੋੜ ਦੀ ਦਲਾਲੀ ਦੇ ਚੱਕਰ ਵਿੱਚ ਫਸ ਜਾਂਦਾ, ਕਦੇ ਉਸ ਤੋਂ ਬਾਅਦ ਹੋਰ ਮੰਤਰੀ ਸੰਤਰੀ ਕਈ ਫਸਦੇ ਫਿਰਦੇ ਆ। ਨਰਸਿਮਹਾ ਰਾਓ ਨੂੰ ਪ੍ਰਧਾਨ ਮੰਤਰੀ ਨੂੰ ਅਹੁਦਾ ਛੁੱਟਣ ਤੋਂ ਬਾਅਦ ਜੇਲ੍ਹ ਵੀ ਜਾਣਾ ਪੈ ਗਿਆ ਸੀਗਾ, ਔਰ ਇਹ ਮੁੱਦਾ ਬਣ ਗਿਆ ਸੀ ਕਿ ਜੇਲ੍ਹ 'ਚ ਇਹਦੀ ਸਿਕਿਉਰਿਟੀ ਦਾ ਕੀ ਕੀਤਾ ਜਾਵੇ। ਇੱਥੇ ਵੀ ਉਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ। ਜੇ ਉੱਥੋਂ ਦੀ ਜਾਂਚ ਏਜੰਸੀ ਨੂੰ ਲੱਗਾ ਕਿ ਬੰਦਾ ਗਲਤ ਕਰਦਾ ਕੁਝ, ਉੱਥੇ ਕਿਸੇ ਕਿਸਮ ਦੀ ਕੋਈ ਗਲਤੀ ਹੋਈ ਆ, ਤੇ ਉਹਨਾਂ ਦੇਸ਼ ਦੇ ਰਾਸ਼ਟਰਪਤੀ ਦੇ ਘਰ ਦੀ ਵੀ ਤਲਾਸ਼ੀ ਲੈ ਲਈ ਆ ਤੇ ਕੋਈ ਗਲਤ ਨਹੀਂ ਕੀਤਾ, ਬਲਕਿ ਇਹ ਪਿਰਤ ਬਾਕੀ ਦੇਸ਼ਾਂ ਤੱਕ ਵੀ ਜਾਣੀ ਚਾਹੀਦੀ ਆ। ਆ ਸਾਡੇ ਗੁਆਂਢ ਪਾਕਿਸਤਾਨ ਵਿੱਚ ਕਈ ਕੁਛ ਹੁੰਦਾ, ਇੱਥੇ ਫੌਜਾਂ ਪਲਟੇ ਤਾਂ ਕਰ ਦਿੰਦੀਆਂ, ਲੋੜ ਪਵੇ ਪ੍ਰਧਾਨ ਮੰਤਰੀ ਨੂੰ ਚੁੱਕ ਕੇ ਜੇਲ੍ਹ 'ਚ ਵੀ ਸੁੱਟ ਦਿੰਦੀਆਂ ਤੇ ਜੇਲ੍ਹ ਦੇ ਵਿੱਚ ਉਹਦੀ ਕੋਠੜੀ 'ਚ ਸੱਪ ਵੀ ਛੱਡ ਦਿੰਦੀਆਂ, ਪਰ ਜਦ ਤੱਕ ਉਹ ਪ੍ਰਧਾਨ ਮੰਤਰੀ ਆ ਉਹਨਾਂ ਚਿਰ ਤੱਕ ਉਹਦੇ ਘਰ ਕਦੇ ਕਿਸੇ ਨੇ ਛਾਪਾ ਨਹੀਂ ਮਾਰਿਆ। ਸਾਡੇ ਵੀ ਨਹੀਂ ਮਾਰਿਆ, ਆਂਢ ਗੁਆਂਢ ਹੋਰ ਵੀ ਕਿੰਨੇ ਸਾਰੇ ਦੇਸ਼ ਆ। ਆ ਸ੍ਰੀਲੰਕਾ 'ਚ ਕਿੰਨੀ ਗੜਬੜ ਹੋ ਗਈ, ਪਬਲਿਕ ਜਾ ਕੇ ਰਾਸ਼ਟਰਪਤੀ ਭਵਨ 'ਚ ਵੜ ਗਈ, ਰਾਸ਼ਟਰਪਤੀ ਨੂੰ ਭਜਾਤਾ, ਉਹਦਾ ਭਰਾ ਪ੍ਰਧਾਨ ਮੰਤਰੀ ਸੀ ਉਹਨੂੰ ਭਜਾਤਾ, ਪਰ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ, ਉੱਥੋਂ ਦੀਆਂ ਜਾਂਚ ਏਜੰਸੀਆਂ ਨੇ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ, ਹੱਥ ਧਰ ਕੇ ਬੈਠੀਆਂ ਰਹੀਆਂ ਸੀ। ਜਿੱਥੇ ਕਿਤੇ ਕੋਈ ਚੰਗਾ ਕੰਮ ਹੁੰਦਾ ਹੋਵੇ ਉਹਦੇ ਤੋਂ ਸਿੱਖਿਆ ਜਾਣਾ ਚਾਹੀਦਾ ਕਿ ਜੇ ਉਹਨਾਂ ਨੇ ਕੀਤਾ ਤੇ ਇੱਥੇ ਵੀ ਹੋਵੇ। ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ, ਕਾਨੂੰਨ ਸਾਰਿਆਂ ਲਈ ਬਰਾਬਰ ਚਾਹੀਦਾ। ਬਦਕਿਸਮਤੀ ਨਾਲ ਇੱਥੇ ਜਿਹੜੇ ਲੋਕਤੰਤਰ ਜਿੱਥੇ ਜਿੱਥੇ ਆ ਗਏ ਆ, ਉਹਨਾਂ ਲੋਕਤੰਤਰਾਂ ਵਿੱਚੋਂ ਵੀ ਜਿਹੜੇ ਤੇ ਬਹੁਤ ਡਿਵੈਲਪ ਕੰਟਰੀ ਨੇ, ਵਿਕਸਿਤ ਦੇਸ਼ ਨੇ, ਉਹਨਾਂ ਦੇ ਵਿੱਚ ਤੇ ਲੋਕਤੰਤਰ ਦੇ ਵਿੱਚ ਸਹੀ ਅਰਥਾਂ 'ਚ ਕਾਨੂੰਨ ਲਾਗੂ ਹੁੰਦੇ ਆ। ਪਰ ਜਿਹੜੇ ਸਾਡੇ ਵਰਗੇ ਲੋਕਤੰਤਰ ਦੇ ਬਜਾਏ ਲੋਕਤੰਤਰ ਦੀ ਪਰੋਡੀ ਬਣੇ ਪਏ, ਅਸੀਂ ਲੋਕਤੰਤਰ ਦੀ ਐਵੇਂ ਮਾੜੀ ਮੋਟੀ ਨਕਲ ਜੀ ਬਣ ਕੇ ਤੇ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਭਰਮ ਪਾਲੀ ਬੈਠੇ ਆ। ਸਾਡਿਆਂ ਦੇਸ਼ਾਂ ਵਿੱਚ ਇਹ ਕਦੇ ਨਹੀਂ ਹੁੰਦਾ। ਇੱਥੇ ਹੋਣਾ ਚਾਹੀਦਾ। ਮੈਂ ਸਮਝਦਾ ਜਿਹੜੀਆਂ ਗੱਲਾਂ ਆਉਂਦੀਆਂ ਪਈਆਂ ਕਿ ਜੋ ਬਾਈਡਨ ਦੇ ਘਰ ਤੋਂ ਖਾਸ ਕਿਸਮ ਦੇ ਦਸਤਾਵੇਜ਼ ਮਿਲੇ ਆ, ਜੇ ਮਿਲੇ ਆ
ਤੇ ਉੱਥੋਂ ਦੀ ਜਾਂਚ ਏਜੰਸੀ ਆਪਣੇ ਰਾਸ਼ਟਰਪਤੀ ਨੂੰ ਇਹ ਜ਼ਰੂਰ ਪੁੱਛੇਗੀ ਕਿ ਤੂੰ ਇਹ ਭਲਿਆ ਮਾਨਸਾ ਕਾਹਦੇ ਲਈ ਰੱਖੇ ਹੋਏ ਸੀ। ਪਹਿਲਾਂ ਡੋਨਲਡ ਟਰੰਪ ਜਿੰਨਾ ਚਿਰ ਰਿਹਾ ਜਾਂਚ ਪੜਤਾਲ ਤੇ ਉਹਦੀ ਵੀ ਚੱਲਦੀ ਰਹੀ ਸੀ। ਉਸ ਤੋਂ ਪਹਿਲਾਂ ਜਿਹੜਾ ਬਿਲ ਕਲਿੰਟਨ ਸੀ ਜਾਂਚ ਉਹਦੇ ਬਾਰੇ ਵੀ ਸੀ। ਘੱਟੋ ਘੱਟ ਦੁਨੀਆ ਤੇ ਕੁਝ ਦੇਸ਼ ਤਾਂ ਅਜੇ ਹੈਗੇ ਆ ਨਾ ਜਿੱਥੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਵੀ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ। ਸਾਡੇ ਤਾਂ ਜਿਹੜਾ ਇੱਕ ਵਾਰੀ ਕੌਂਸਲਰ ਦੀ ਸੀਟ ਵੀ ਜਿੱਤ ਜਾਵੇ ਉਹਦੀ ਵਿਚਾਰੇ ਚੱਕ ਜਗੀਰ ਸਮਝੀ ਜਾਂਦੀ ਹੈ ਜੀ। ਪੰਨੂ ਸਾਹਿਬ, ਸਾਡੇ ਵਾਲੇ ਲੀਡਰਾਂ ਨੇ ਕਹਿਣਾ ਕਿ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹੋ ਜਿਹੀ ਲੀਡਰੀ ਵੀ ਕੀ ਲੀਡਰੀ ਜਿਹੜਾ ਆ ਕੇ ਦਬਕਾ ਹੀ ਕੋਈ ਹੋਰ ਮਾਰ ਜੇ। ਤਾਂ ਬਿਲਕੁਲ ਠੀਕ ਹੈ ਪੰਨੂ ਸਾਹਿਬ, ਇੱਕ ਪਰ ਦਬਕਾ ਮਾਰਿਆ ਜੀ ਰੂਸ ਨੇ। ਉਹ ਕਹਿੰਦਾ ਵੀ ਯੂਕਰੇਨ ਦੀ ਮਦਦ ਕਰੀ ਜਾਂਦੇ ਨੇ ਜਿਹੜੇ ਦੇਸ਼ ਹਥਿਆਰ ਦੇਈ ਜਾਂਦੇ ਨੇ ਵੱਡੇ ਵੱਡੇ, ਭਾਈ ਦੇਖ ਲਿਓ, ਖੈਰ ਮਨਾਇਓ। ਕੋਈ ਉਹਨਾਂ ਨੇ ਇਸ਼ਾਰਾ ਜਿਹਾ ਕੀਤਾ। ਪੰਨੂ ਸਾਹਿਬ, ਦਬਕੇ ਨੂੰ ਕਿਵੇਂ ਦੇਖਦੇ ਹੋ? ਕਿਹਨੂੰ ਮਾਰਿਆ ਦਬਕਾ? ਦੇਖੋ, ਜਿਹੜੇ ਅਮਰੀਕਾ ਵਾਲੇ ਆ ਉਹਨਾਂ ਨੇ ਦੁਨੀਆ 'ਚ ਹਥਿਆਰ ਵੇਚਣੇ ਆ। ਵੇਚਣ ਤੋਂ ਪਹਿਲਾਂ ਟੈਸਟ ਕਰਨ ਵਾਸਤੇ ਕੋਈ ਟਿਕਾਣਾ ਚਾਹੀਦਾ। ਇੱਕ ਵਾਰੀ ਇਹ ਹਥਿਆਰ ਟੈਸਟ ਕੀਤੇ ਸੀ ਵੀਅਤਨਾਮ 'ਚ, ਵਾਹਵਾ ਚਿਰ ਉਹ ਹਥਿਆਰ ਵੇਚਦੇ ਰਹੇ। ਫਿਰ ਇਹਨਾਂ ਨੇ ਟੈਸਟ ਕੀਤੇ ਇਰਾਕ ਦੇ ਵਿੱਚ, ਅਫਗਾਨਿਸਤਾਨ 'ਚ। ਹੁਣ ਉਹ ਦੋਵੇਂ ਪਲੇਟਫਾਰਮ ਜਿਹੜੇ ਉੱਥੋਂ ਸਟੇਜ ਸਮੇਟੀ ਗਈ, ਉੱਥੇ ਤੇ ਹਥਿਆਰ ਆਪਣੇ ਵਿਖਾ ਨਹੀਂ ਸਕਦੇ ਲੋਕਾਂ ਨੂੰ ਕਿ ਆਹ ਸਾਡੀ ਮਿਜ਼ਾਈਲ ਬੜੀ ਵਧੀਆ ਤੇ ਆਹ ਸਾਡਾ ਟੈਂਕ ਬੜਾ ਵਧੀਆ। ਹੁਣ ਉਹਨਾਂ ਨੂੰ ਇੱਕ ਨਵਾਂ ਟਿਕਾਣਾ ਚਾਹੀਦਾ। ਉਹਨਾਂ ਨੇ ਯੂਕਰੇਨ ਲੱਭ ਲਿਆ। ਆਪ ਪਿੱਛੇ ਬੈਠੇ ਆ ਲੜਨ ਵਾਸਤੇ, ਉਹਨੂੰ ਅੱਗੇ ਲਾਇਆ। ਪਰਦੇ ਪਿੱਛੇ ਖਲੋ ਕੇ ਜੰਗ ਸਾਰੀ ਅਮਰੀਕਾ ਲੜ ਰਿਹਾ। ਸਾਰੀ ਦੁਨੀਆ ਜਾਣਦੀ ਹੈ ਕਿ ਯੂਕਰੇਨ ਜਿਹੜੀ ਪਿਛਲੇ 11 ਮਹੀਨਿਆਂ ਤੋਂ ਜੰਗ ਲੜਦਾ ਪਿਆ, ਮਾਫ ਕਰਨਾ 24 ਫਰਵਰੀ ਨੂੰ ਸ਼ੁਰੂ ਹੋਈ ਸੀ ਤੇ 24 ਜਨਵਰੀ ਭੜਕੇ ਆ। ਤੇ ਜੇ ਭੜਕੇ ਆ ਤੇ ਇਹਦਾ ਮਤਲਬ 11 ਮਹੀਨੇ ਤਾਂ ਹੋ ਗਏ ਆ। ਇਹ 11 ਮਹੀਨਿਆਂ ਤੋਂ ਜਿਹੜੀ ਜੰਗ ਯੂਕਰੇਨ ਲੜਦਾ ਪਿਆ, ਯੂਕਰੇਨ ਆਪਣੇ ਸਿਰ ਤੇ ਨਹੀਂ ਲੜ ਰਿਹਾ, ਕੱਟਾ ਕਿੱਲੇ ਦੇ ਜ਼ੋਰ ਤੇ ਤਿੰਗੜਦਾ ਹੁੰਦਾ। ਉਹਦੇ ਪਿੱਛੇ ਜਿਹੜੀਆਂ ਨਾਟੋ ਦੇਸ਼ਾਂ ਦੀਆਂ ਫੌਜਾਂ ਨੇ ਉਹ ਖੜੀਆਂ ਨੇ। ਸਟ੍ਰੈਟਜੀ ਬਣਾਉਣ ਵਾਸਤੇ ਮਿਲਟਰੀ ਦੇ ਜਰਨੈਲ ਉਹਨਾਂ ਦੇ ਉੱਥੇ ਜਾ ਕੇ ਬੈਠੇ ਆ, ਪਲੈਨਿੰਗ ਉਹ ਕਰਕੇ ਦਿੰਦੇ ਆ। ਉੱਪਰੋਂ ਸੈਟੇਲਾਈਟ ਦੇ ਨਾਲ ਫੋਟੋ ਤੇ ਮੂਵੀਜ਼ ਬਣਾ ਕੇ ਕਿ ਰੂਸ ਦੀ ਫੌਜ ਕਿੱਧਰੋਂ ਕਿੱਧਰ ਜਾ ਰਹੀ ਹੈ, ਉਹ ਸਾਰਾ ਕੁਝ ਉਹ ਦੱਸਦੇ ਆ ਯੂਕਰੇਨ ਨੂੰ। ਇਹਨਾਂ ਕੁਝ ਦੱਸਣ ਤੋਂ ਬਾਅਦ ਅਗਲੀ ਲੜਾਈ ਯੂਕਰੇਨ ਲੜਦਾ। ਹੁਣ ਅਮਰੀਕਾ ਵਾਲਿਆਂ ਨੇ ਕਹਿ ਦਿੱਤਾ ਅਸੀਂ ਇੰਨੇ ਕਰੋੜ ਹੋਰ ਪੈਸੇ ਵੀ ਦੇਣੇ ਆ, ਡਾਲਰ ਵੀ ਦੇਣੇ ਆ। ਇੰਗਲੈਂਡ ਵਾਲਿਆਂ ਵੀ ਕਹਿ ਦਿੱਤਾ, ਬਰਤਾਨੀਆ ਵਾਲਿਆਂ ਨੇ। ਤੇ ਉਹਦੇ ਤੋਂ ਬਾਅਦ ਇਹ ਕਹਿ ਦਿੱਤਾ ਕਿ ਜੰਗੀ ਮਸਾਲਾ ਫਲਾਣਾ 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 ਅਸੀਂ ਹੋਰ ਵੀ ਦੇ ਦਿਆਂਗੇ। ਇਹਦੇ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਨੂੰ ਚਿੱਪ ਚੜ੍ਹੀ ਆ ਔਰ ਉਹਨੇ ਕਹਿ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਵੱਡੇ ਵੱਡੇ ਮਾਰੂ ਹਥਿਆਰ ਯੂਕਰੇਨ ਨੂੰ ਧੜਾ ਧੜ ਦੇਈ ਜਾ ਰਹੇ ਹੋ, ਇਹ ਗੱਲ ਤੁਸੀਂ ਚੇਤੇ ਕਰ ਲਓ ਵੀ ਅਸੀਂ ਚੁੱਪ ਨਹੀਂ ਰਹਿਣਾ। ਇਹਦੇ ਨਾਲ ਤੁਸੀਂ ਆਪਣੇ ਵਾਸਤੇ ਖਤਰਾ ਪੈਦਾ ਕਰ ਰਹੇ ਹੋ। ਉਹਦੇ ਇਸ ਤਰ੍ਹਾਂ ਦੀ ਗੱਲ ਕਹਿਣ ਦੇ ਵਿੱਚ ਇੱਕ ਬਹੁਤ ਖਤਰਨਾਕ ਇਸ਼ਾਰਾ ਕਿ ਐਟਮੀ ਤਾਕਤਾਂ ਤੁਸੀਂ ਵੀ ਆ, ਐਟਮੀ ਤਾਕਤ ਅਸੀਂ ਵੀ ਹੈਗੇ ਆ। ਜੇ ਤੁਸੀਂ ਇੱਥੇ ਦਿਓਗੇ ਤੇ ਅਸੀਂ ਉਸ ਬੰਦੇ ਨਾਲ ਥੋੜ੍ਹਾ ਲੜਦੇ ਰਹਾਂਗੇ ਜਿਹਨੂੰ ਤੁਸੀਂ ਲੜਾਉਂਦੇ ਜੇ। ਇਹ ਤੋਂ ਗੱਲ ਅੱਗੇ ਵੀ ਵੱਧ ਸਕਦੀ ਹੈ। ਜੇ ਕਿਸੇ ਨੇ ਸੱਚੀ ਮੁੱਚੀ ਲੜਾਈ ਲੜਨੀ ਹੋਵੇ ਤੇ ਉਹ ਜਦੋਂ ਆਮੋ ਸਾਹਮਣੇ ਲੜਾਈ ਹੋਵੇ ਤੇ ਰਾਜੇ ਨਾਲ ਲੜਦਾ, ਰਾਜੇ ਦੇ ਪਿਆਦਿਆਂ ਨਾਲ ਥੋੜ੍ਹਾ ਲੜਦਾ। ਸਾਰੀ ਦੁਨੀਆ ਨੂੰ ਜਦੋਂ ਪਤਾ ਕਿ ਯੂਕਰੇਨ ਇਸ ਵੇਲੇ ਆਪਣੇ ਸਿਰ ਤੇ ਨਹੀਂ, ਕਿਸੇ ਦੇ ਕਹਿਣ ਤੇ ਕਿਸੇ ਦੇ ਇਸ਼ਾਰੇ ਤੇ ਉਹਦੇ ਰੂਸ ਦੇ ਅੱਗੇ ਅੜਿਆ ਪਿਆ, ਤੇ ਇਹੋ ਜਿਹੇ ਹਾਲਾਤ 'ਚ ਰੂਸ ਦੀ ਧਮਕੀ ਨੂੰ ਗਿੱਦੜ ਭਵਕੀ ਨਹੀਂ ਸਮਝਣਾ ਚਾਹੀਦਾ। ਇਹਦੇ ਪਿੱਛੇ ਬੜੀਆਂ ਗੰਭੀਰ ਗੱਲਾਂ ਹੈਗੀਆਂ ਨੇ, ਬੜੇ ਗੰਭੀਰ ਇਸ਼ਾਰੇ ਨੇ, ਉਹਨੂੰ ਸਮਝ ਕੇ ਤੇ ਅਗਲਾ ਕਦਮ ਪੁੱਟਣਾ ਚਾਹੀਦਾ। ਜੀ ਬਿਲਕੁਲ ਠੀਕ ਪੰਨੂ ਸਾਹਿਬ। ਲੜਨ ਫੌਜਾਂ ਨਾ ਸਰਦਾਰਾਂ ਦੇ। ਤੇ ਪਾਕਿਸਤਾਨ ਦੇ ਵਿੱਚ ਪੰਨੂ ਸਾਹਿਬ ਹਨੇਰਾ ਛਾ ਗਿਆ। ਹਨੇਰਾ ਇਸ ਕਰਕੇ ਛਾ ਗਿਆ ਕਿ ਉੱਥੇ ਬਿਜਲੀ ਗੁੱਲ ਹੋ ਗਈ ਹੈ। ਵੱਡੀਆਂ ਬੜਕਾਂ ਪਾਕਿਸਤਾਨ ਵਾਲੇ ਵੀ ਮਾਰਦੇ ਨੇ, ਪਰ ਬਿਜਲੀ ਗੁੱਲ ਹੋ ਗਈ ਪੰਨੂ ਸਾਹਿਬ, ਕੀ ਕਰੀਏ? ਦੇਖੋ, ਇਹ ਜਿਹੜੇ ਪਾਸੇ ਨੂੰ ਤੁਰਿਆ ਸੀ ਪਾਕਿਸਤਾਨ, ਉਹਦੇ 'ਚ ਮਿਲੀਟਰਾਈਜੇਸ਼ਨ ਬੜੇ ਸਾਲਾਂ ਤੋਂ ਹੁੰਦੀ ਪਈ ਸੀ। ਪਹਿਲਾਂ ਤਾਂ ਅਫਗਾਨਿਸਤਾਨ ਦੀ ਜੰਗ ਦਾ ਕਰਕੇ, ਕਿਉਂਕਿ ਉੱਥੇ ਰੂਸ ਨਾਲ ਸਿੰਘ ਫਸੇ ਸੀ, ਰੂਸ ਦੀ ਫੌਜ ਉੱਥੇ ਹੁੰਦੀ ਸੀ। 1991 ਤੱਕ ਅਮਰੀਕਾ ਵਾਲੇ ਸਾਰੇ ਉਹਨੂੰ ਪੈਸਾ ਦਿੰਦੇ ਰਹੇ। 91 ਤੋਂ ਲੈ ਕੇ 99 ਤੱਕ ਪੈਸਾ ਕੁਝ ਘਟਾਇਆ। 2000 'ਚ ਫਿਰ ਅਮਰੀਕਾ ਵਾਲਿਆਂ ਨੂੰ ਆਪਣੀ ਫੌਜ ਅਫਗਾਨਿਸਤਾਨ 'ਚ ਭੇਜਣੀ ਪੈ ਗਈ। ਫਿਰ ਪਾਕਿਸਤਾਨ ਨੂੰ ਪੈਸਾ ਦਿੰਦੇ ਰਹੇ। ਜਿਹੜਾ ਪੈਸਾ ਆਉਂਦਾ ਰਿਹਾ ਉੱਥੋਂ ਦੇ ਲੋਕਾਂ ਤੱਕ ਤਾਂ ਗਿਆ ਨਹੀਂ। ਲੀਡਰ ਤੇ ਫੌਜ ਦੇ ਜਰਨੈਲ ਖਾ ਗਏ। ਉਹਨਾਂ ਨੇ ਆਪੋ ਆਪਣੇ ਫਾਰਮ ਹਾਊਸ ਬਣਾ ਲਏ, ਦੁਨੀਆ ਭਰ 'ਚ ਕਾਰੋਬਾਰ ਐਸਟੈਬਲਿਸ਼ ਕਰ ਲਏ। ਲੋਕਾਂ ਦੇ ਪੱਲੇ ਕੀ ਪਿਆ? ਕੱਖ ਵੀ ਨਹੀਂ। ਹੁਣ ਉੱਥੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਨਾ ਲੋਕਾਂ ਨੂੰ ਖਾਣ ਵਾਸਤੇ ਆਟਾ ਮਿਲਦਾ, ਨਾ ਲੋਕਾਂ ਨੂੰ ਦਾਲ ਮਿਲਦੀ ਹੈ। ਤੇਲ, ਪੈਟਰੋਲ, ਡੀਜ਼ਲ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਦੁੱਧ ਮਹਿੰਗਾ ਹੋ ਗਿਆ। ਹਾਲਾਤ ਇਸ ਤਰ੍ਹਾਂ ਦੇ ਆ ਕਿ ਹਰ ਕੋਈ ਅੱਕਿਆ ਖਿਜਿਆ ਇੱਕ ਦੂਸਰੇ ਦੇ ਗਲ ਪੈਂਦਾ। ਲੀਡਰ ਆਪੋ 'ਚ ਲੜੀ ਜਾਂਦੇ ਕੁਰਸੀ ਵਾਸਤੇ, ਲੋਕ ਆਪੋ 'ਚ ਲੜੀ ਜਾਂਦੇ ਨੇ ਦੂਸਰੇ ਡੰਗ ਦੀ ਰੋਟੀ ਵਾਸਤੇ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਦੋਂ ਪਾਕਿਸਤਾਨ ਫਸਿਆ ਤੇ ਹੁਣ ਹੀ ਮਿਲਟਰਾਈਜੇਸ਼ਨ ਦੇ ਵਿੱਚੋਂ ਥੋੜ੍ਹਾ ਬਹੁਤ ਪਿੱਛੇ ਨਿਕਲੇ। ਅੱਜ ਜਿਹੜੇ ਜਹਾਦੀਆਂ ਨੂੰ ਉਹ ਭੇਜਦੇ ਆ, ਜਿਹੜੇ ਰੋਜ਼ ਉੱਥੋਂ ਡਰੋਨ ਉੱਠ ਕੇ ਭਾਰਤ ਵਿੱਚ ਆਉਂਦੇ ਆ, ਇਹਨਾਂ ਦੇ ਉੱਤੇ ਕੋਈ ਖਰਚਾ ਨਹੀਂ ਹੁੰਦਾ। ਖਰਚਾ ਤਾਂ ਇਹ 'ਤੇ ਵੀ ਹੋ ਰਿਹਾ। ਜੇ ਲਗਾਤਾਰ ਇਹਨਾਂ ਕੰਮਾਂ ਦੇ ਉੱਤੇ ਵੀ ਉਹਨਾਂ ਖਰਚਾ ਕਰੀ ਜਾਣਾ। ਸਾਰੀ ਦੁਨੀਆ ਨੇ ਕਿਹਾ ਕਿ ਅਸੀਂ ਤੁਹਾਨੂੰ ਫੰਡ ਦੇ ਦਿੰਦੇ ਹਾਂ ਆਰਥਿਕ ਸੰਕਟ 'ਚੋਂ ਨਿਕਲਣ ਵਾਸਤੇ।
ਸਿਰਫ ਇਹ ਹੈ ਕਿ ਤੁਸੀਂ ਅੱਤਵਾਦੀਆਂ ਦੀ ਫੰਡਿੰਗ ਬੰਦ ਕਰ ਦਿਓ। ਇਹ ਅਜੇ ਤੱਕ ਕੋਈ ਵੀ ਨਹੀਂ ਕਰ ਸਕੇ, ਨਾ ਤਾਂ ਹੋਈ ਨਹੀਂ। ਅਜੇ ਇਸੇ ਹਫ਼ਤੇ ਦੀ ਗੱਲ ਹੈ, ਸੋਮ ਮੰਗਲਵਾਰ ਦੀ, ਕਿ ਉਹਨਾਂ ਨੇ ਹਾਫਿਜ਼ ਸਈਦ ਦਾ ਜਿਹੜਾ ਭਣਵਈਆ ਮੱਕੀ, ਉਹਦਾ ਪੂਰਾ ਨਾਂ ਥੋੜ੍ਹਾ ਮੈਨੂੰ ਭੁੱਲ ਗਿਆ, ਉਹਨੂੰ ਮੱਕੀ ਨੂੰ ਫੌਜ ਨੇ ਪਲੋਸਿਆ ਸੀ, ਉਸੇ ਨੇ ਤਿਆਰ ਕੀਤਾ ਸੀ ਤੇ UN ਨੇ ਉਹਨੂੰ ਗਲੋਬਲ ਟੈਰਰਿਸਟ ਯਾਨੀ ਸੰਸਾਰ ਪੱਧਰ ਦਾ ਅੱਤਵਾਦੀ ਐਲਾਨ ਕਰ ਦਿੱਤਾ। ਉਹ ਪਾਕਿਸਤਾਨ 'ਚ ਬੈਠਾ ਔਰ ਖੁੱਲ੍ਹੇ ਜਲਸੇ ਰੈਲੀਆਂ ਕਰਦਾ ਪਿਆ। ਪਾਕਿਸਤਾਨ ਦੀ ਸਰਕਾਰ ਉਹਨੂੰ ਕਿਉਂ ਨਹੀਂ ਰੋਕਦੀ? ਦੇਖੋ, ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਕੇ ਜਦੋਂ ਅਮਰੀਕਾ ਗਿਆ ਤੇ ਉਹਨੇ ਉੱਥੇ F-16 ਜਹਾਜ਼ ਪਾਕਿਸਤਾਨ ਨੂੰ ਦੇਣ ਦਾ ਕੀਤਾ ਸੀ ਵਿਰੋਧ। ਅਮਰੀਕਾ ਦੇ ਮੀਡੀਆ ਨੇ, ਪੱਤਰਕਾਰਾਂ ਨੇ ਉਹਨੂੰ ਪੁੱਛਿਆ ਕਿ ਤੁਸੀਂ ਸਾਡੇ F-16 ਜਹਾਜ਼ ਤੋਂ ਡਰਦੇ ਜੇ? ਤੇ ਰਾਜੀਵ ਗਾਂਧੀ ਨੇ ਆਖਿਆ, ਅੱਜ ਦੇ ਯੁੱਗ 'ਚ ਡਰਦਾ ਡੁਰਦਾ ਕੋਈ ਨਹੀਂ ਹੁੰਦਾ, ਸਾਡੇ ਕੋਲ ਵੀ ਹੈਗੇ ਆ। ਫਰਕ ਸਿਰਫ ਇਹ ਆ ਕਿ ਜਦੋਂ ਤੁਸੀਂ ਉਹਨੂੰ ਦਿਓਗੇ, ਸਾਨੂੰ ਵੀ ਨਾਲ ਬਰਾਬਰ ਦੇ ਪ੍ਰਬੰਧ ਕਰਨੇ ਪੈਣੇ ਆ। ਉਹਨੂੰ ਤੁਸੀਂ ਦੇਣੇ ਆ ਸੈਂਪਲ, ਤਾਂ ਕਿ ਪਾਕਿਸਤਾਨ ਨੂੰ ਸੈਂਪਲ ਦੇ ਕੇ ਚਲਵਾ ਕੇ ਬਾਕੀ ਸਾਰੀ ਦੁਨੀਆ 'ਚ ਆਪਣਾ ਮਾਲ ਵੇਚ ਸਕੋ। ਸਾਨੂੰ ਉਹਦੇ ਬਰਾਬਰ ਆਪਣੇ ਵਾਸਤੇ ਖਰੀਦਣੇ ਪੈਣੇ ਆ ਔਰ ਸਾਡੀ ਇਕਾਨਮੀ 'ਤੇ ਅਸਰ ਪੈਂਦਾ। ਅਸੀਂ ਲੋਕਾਂ ਵਾਸਤੇ ਕੁਝ ਕਰੀਏ ਕਿ ਅਸੀਂ ਟੈਂਕਾਂ ਦੇ ਉੱਤੇ ਤੇ ਜਹਾਜ਼ਾਂ ਦੇ ਪੈਸਾ ਖਰਚ ਕਰੀਏ। ਇਹੋ ਕਾਰਨ ਨੇ ਜਿਨ੍ਹਾਂ ਦਾ ਕਰਕੇ ਪਾਕਿਸਤਾਨ ਇਸ ਵੇਲੇ ਡੁੱਬਦਾ ਜਾ ਰਿਹਾ। ਪਾਕਿਸਤਾਨ ਨੇ ਭਾਰਤ ਦੇ ਐਟਮੀ ਧਮਾਕਿਆਂ ਤੋਂ ਬਾਅਦ ਜਿਹੜੇ ਵਾਜਪਾਈ ਸਰਕਾਰ ਨੇ ਕੀਤੇ ਸੀ, ਉਹਨਾਂ 5 ਧਮਾਕਿਆਂ ਦੇ ਨਾਲ 1974 'ਚ ਇੰਦਰਾ ਗਾਂਧੀ ਦੇ ਇੱਕ ਵੇਲੇ ਦਾ ਇੱਕ ਜੋੜ ਕੇ 6 ਧਮਾਕੇ ਪਾਕਿਸਤਾਨ ਨੇ ਕਰਤੇ। ਸਾਰਾ ਖਰਚਾ ਉੱਤੇ ਕਰਤਾ। ਦੁਨੀਆ ਭਰ 'ਚੋਂ ਇਸ ਗੱਲ ਦੇ ਉੱਤੇ ਪਾਕਿਸਤਾਨ ਨੂੰ ਪਾਬੰਦੀਆਂ ਦਾ ਸ਼ਿਕਾਰ ਹੋਣਾ ਪਿਆ। ਭਾਰਤ ਤਾਂ ਪਾਬੰਦੀਆਂ ਝੱਲ ਸਕਦਾ ਸੀ, ਪਾਕਿਸਤਾਨ ਤੋਂ ਪਾਬੰਦੀਆਂ ਨਹੀਂ ਝੱਲੀਆਂ ਗਈਆਂ। ਇਸ ਵੇਲੇ ਪਾਕਿਸਤਾਨ ਦੀ ਸਥਿਤੀ ਇੱਦਾਂ ਦੀ ਹੈ ਕਿ ਦੁਨੀਆ 'ਚ ਕਿਤੇ ਉਹਨਾਂ ਦਾ ਪ੍ਰਧਾਨ ਮੰਤਰੀ ਜਾਵੇ, ਕਿਤੇ ਉਹਨਾਂ ਦਾ ਖਜ਼ਾਨਾ ਮੰਤਰੀ ਜਾਵੇ, ਉਹਨਾਂ ਦੇ ਆਪਣੇ ਲੀਡਰ ਕਹਿੰਦੇ ਆ ਜੀ ਠੂਠਾ ਫੜ ਕੇ ਮੰਗਣ ਗਏ ਆ। ਪ੍ਰਧਾਨ ਮੰਤਰੀ ਆਪ ਕਹਿੰਦਾ ਮੈਂ ਜਿੱਥੇ ਜਾਵਾਂ ਮੰਗਦਿਆਂ ਸ਼ਰਮ ਆਉਂਦੀ ਆ। ਇੱਦਾਂ ਦੇ ਹਾਲਾਤ ਵਿੱਚ ਜਦੋਂ ਕੋਈ ਕੰਮ ਨਹੀਂ ਚੱਲ ਰਿਹਾ ਤੇ ਉਹਨਾਂ ਦਾ ਬਿਜਲੀ ਦਾ ਗ੍ਰਿਡ ਵੀ ਅੱਜ ਜਵਾਬ ਦੇ ਗਿਆ। ਬਿਜਲੀ ਗ੍ਰਿਡ ਠੀਕ ਹੈ, ਉਹ ਕਹਿੰਦੇ ਅੱਜ ਗ੍ਰਿਡ ਦੀਆਂ ਲਾਈਨਾਂ 'ਚ ਨੁਕਸ ਪੈ ਗਿਆ, ਸ਼ਾਮ ਤੱਕ ਰਿਪੇਅਰ ਕਰਨ, ਹੋ ਸਕਦਾ ਕਰ ਲੈਣ। ਪਰ ਇਹ ਗੱਲ ਮੰਨਣੀ ਚਾਹੀਦੀ ਹੈ ਕਿ ਸਵਾਲ ਇਕੱਲੇ ਬਿਜਲੀ ਗ੍ਰਿਡ ਦਾ ਨਹੀਂ, ਸਮੁੱਚੇ ਪਾਕਿਸਤਾਨ ਦਾ, ਜਿਹਦੇ 'ਚ ਹਾਲਾਤ ਇੰਨੇ ਮਾੜੇ ਹੁੰਦੇ ਜਾ ਰਹੇ ਕਿ ਇਕਾਨਮੀ ਆਪਣਾ ਭਾਰ ਨਹੀਂ ਚੱਲਣ ਜੋਗੀ। ਜੀ ਬਿਲਕੁਲ ਠੀਕ ਪਨੂ ਸਾਹਿਬ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਤੇ ਰੋਜ਼ ਦੀ ਤਰ੍ਹਾਂ ਵਿਚਾਰਾਂ ਸਾਂਝੇ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਸਮਾਪਤੀ ਦੇ ਵੱਲ ਇਸ਼ਾਰਾ ਕਰ ਰਿਹਾ ਜੀ ਤੇ ਇਸ ਪ੍ਰੋਗਰਾਮ ਮੁਤਲਕ ਤੁਹਾਡੇ ਸੁਝਾਅ ਟਿੱਪਣੀਆਂ ਉਹਨਾਂ ਦਾ ਇੰਤਜ਼ਾਰ ਰਹੇਗਾ। ਹੁਣ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।